और साथ ही सेना की तरफ से पहले ਤਾਂ ਜਨਰਲ ਬਿਪਿਨ ਰਾਵਤ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ। ਉਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਸਮੇਂ ਬਰਾੜ ਸਕੁਆਇਰ ਦਿੱਲੀ ਕੈਂਟ ਦੀਆਂ ਇਹ ਤਸਵੀਰਾਂ ਜਿੱਥੇ ਉਹਨਾਂ ਨੂੰ ਅੰਤਿਮ ਵਿਦਾਈ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਰਹੇ ਨੇ ਜਨਰਲ ਬਿਪਿਨ ਰਾਵਤ। ਪਰਿਵਾਰ ਦੇ ਮੈਂਬਰ ਉੱਥੇ ਮੌਜੂਦ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਪਹੁੰਚੇ। ਦੇਸ਼ ਦੇ ਸਭ ਤੋਂ ਵੱਡੇ ਫੌਜੀ ਅਫਸਰ ਦੇ ਅਹੁਦੇ ਉੱਤੇ ਰਹਿੰਦੇ ਹੋਏ ਉਹਨਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਤੇ ਉਹਨਾਂ ਦਾ ਦੇਹਾਂਤ ਹੋਇਆ। ਨਮ ਅੱਖਾਂ ਨਾਲ ਦਿੱਤੀ ਜਾ ਰਹੀ ਹੈ ਵਿਦਾਈ। ਖਾਸ ਤੌਰ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੀਆਂ ਸੇਵਾਵਾਂ ਦੇ ਲਈ ਜੋ ਬਤੌਰ ਫੌਜ ਮੁਖੀ, ਜੋ ਬਤੌਰ CDS, ਬਤੌਰ ਇੱਕ ਫੌਜੀ ਉਹਨਾਂ ਨੇ ਦੇਸ਼ ਦੇ ਲਈ ਸੇਵਾਵਾਂ ਦਿੱਤੀਆਂ। ਸਰਜੀਕਲ ਸਟ੍ਰਾਈਕ ਜੋ ਪਾਕਿਸਤਾਨ ਦੇ ਵਿੱਚ ਪੂਰੀ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਭਾਰਤੀ ਫੌਜੀਆਂ ਨੇ ਕੀਤੀ ਸੀ ਤਾਂ ਕਿਹਾ ਜਾਂਦਾ ਹੈ ਕਿ ਜਨਰਲ ਬਿਪਿਨ ਰਾਵਤ ਦੀ ਉਸ ਦੇ ਵਿੱਚ ਵੱਡੀ ਭੂਮਿਕਾ ਸੀ ਕਿ ਕਿਸ ਤਰੀਕੇ ਨਾਲ ਪਲਾਨ ਕਰਨਾ ਹੈ, ਕਿਹੜੇ ਫੌਜੀ ਹੋਣਗੇ, ਕਿਹੜਾ ਉਹ ਦਸਤਾ ਹੋਏਗਾ ਜਿਹੜਾ ਜਾ ਕੇ ਪਾਕਿਸਤਾਨ ਦੇ ਵਿੱਚ ਸਰਜੀਕਲ ਸਟ੍ਰਾਈਕ ਕਰੇਗਾ। ਸਭ ਕੁਝ ਬਹੁਤ ਸਟੀਕ ਪਲੈਨਿੰਗ ਦੀ ਜ਼ਰੂਰਤ ਸੀ ਤੇ ਕਿਹਾ ਜਾਂਦਾ ਕਿ ਬਿਪਿਨ ਰਾਵਤ ਦੀ ਉਸ ਦੇ ਵਿੱਚ ਬਹੁਤ ਵੱਡੀ ਭੂਮਿਕਾ ਸੀ। ਉਸ ਸਮੇਂ ਜਦੋਂ ਉਰੀ ਦੇ ਵਿੱਚ ਦਹਿਸ਼ਤਗਰਦੀ ਹਮਲਾ ਹੋਇਆ, ਉਰੀ ਜਿਹੜਾ ਬੇਸ ਕੈਂਪ ਸੀ ਉਰੀ ਦਾ, ਉੱਥੇ ਦੇਸ਼ ਦੇ ਕਈ ਫੌਜੀ ਸ਼ਹੀਦ ਹੋ ਗਏ ਸੀ ਤਾਂ ਉਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਸਰਜੀਕਲ ਸਟ੍ਰਾਈਕ ਦਾ ਫੈਸਲਾ ਲਿਆ ਗਿਆ। ਇੰਡੀਅਨ ਆਰਮੀ ਦੇ ਵੱਲੋਂ ਸਰਜੀਕਲ ਸਟ੍ਰਾਈਕ ਦਾ ਫੈਸਲਾ ਲਿਆ ਗਿਆ ਤੇ ਉਸ ਦੇ ਵਿੱਚ ਬਹੁਤ ਅਹਿਮ ਭੂਮਿਕਾ ਰਹੀ ਹੈ। ਖੈਰ ਉਸ ਤੋਂ ਬਾਅਦ ਉਹਨਾਂ ਨੇ CDS ਦਾ ਅਹੁਦਾ ਵੀ ਸੰਭਾਲਿਆ ਕਿਉਂਕਿ ਉਹ ਫੌਜ ਮੁਖੀ ਦੇ ਅਹੁਦੇ ਉੱਤੋਂ ਰਿਟਾਇਰ ਹੋ ਗਏ ਸਨ। ਪਰ ਉਸ ਤੋਂ ਬਾਅਦ ਜਦੋਂ CDS ਬਣਾਇਆ ਗਿਆ ਦੇਸ਼ ਦੇ ਵਿੱਚ ਤਾਂ ਉਸ ਤੋਂ ਸਭ ਤੋਂ ਪਹਿਲੇ CDS ਬਣਨ ਦਾ ਮੌਕਾ ਜਿਹੜਾ ਮਾਣ ਹੈ ਉਹ ਬਿਪਿਨ ਰਾਵਤ ਨੂੰ ਹੀ ਹਾਸਲ ਹੋਇਆ। ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਆਰਮੀ ਸਟਾਫ। ਪਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੁੰਨੂਰ ਦੇ ਵਿੱਚ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਚੌਪਰ ਨੇ ਉਡਾਨ ਭਰੀ ਪਰ 12:20 ਤੇ ਉਹ ਹਾਦਸੇ ਦਾ ਸ਼ਿਕਾਰ ਹੋਇਆ। ਸਵੇਰ ਦੇ ਸਮੇਂ ਹੀ ਬੁੱਧਵਾਰ ਨੂੰ ਸਵੇਰ ਦੇ ਸਮੇਂ ਉਹ ਦਿੱਲੀ ਤੋਂ ਨਿਕਲੇ ਸਨ ਆਪਣੀ ਰਿਹਾਇਸ਼ ਤੋਂ। ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਦੀ ਪਤਨੀ ਉਹਨਾਂ ਦੇ ਨਾਲ ਸੀ। ਉਹਨਾਂ ਦਾ ਜਹਾਜ਼ ਤਾਮਿਲਨਾਡੂ ਪਹੁੰਚਦਾ ਹੈ ਤੇ ਉੱਥੋਂ ਜਿਹੜੇ ਆਰਮੀ ਬੇਸ ਕੈਂਪ ਦੇ ਵਿੱਚੋਂ ਉਹਨਾਂ ਦਾ ਹੈਲੀਕਾਪਟਰ ਉਡਾਨ ਭਰਦਾ ਹੈ। MI-17 B5 ਚੌਪਰ ਸੀ ਜਿਸ ਦੇ ਜ਼ਰੀਏ ਉਹ ਇੱਕ ਆਰਮੀ ਕਾਲਜ ਦੇ ਵਿੱਚ ਜਾ ਕੇ ਉਹਨਾਂ ਨੇ ਉੱਥੇ ਐਜ਼ ਅ ਗੈਸਟ ਲੈਕਚਰਰ ਲੈਕਚਰ ਦੇਣਾ ਸੀ ਉੱਥੇ ਸਟੂਡੈਂਟਸ ਨੂੰ ਜਿਹੜੇ ਆਰਮੀ ਦੇ ਵਿੱਚ ਆਏ ਨੇ, ਜਿਹੜੇ ਅੱਗੇ ਜਾ ਕੇ ਦੇਸ਼ ਦੀ ਸੇਵਾ ਕਰਨਗੇ। ਪਰ ਉਸ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹਨਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। MI-17 ਤੇ 14 ਲੋਕ ਸਵਾਰ ਸਨ। ਜਨਰਲ ਬਿਪਿਨ ਰਾਵਤ, ਉਹਨਾਂ ਦੀ ਪਤਨੀ ਦੇ ਨਾਲ 12 ਹੋਰ ਕਰੂ ਮੈਂਬਰਸ। ਤਾਂ ਉਹਨਾਂ ਨੂੰ ਅੰਤਿਮ ਵਿਦਾਈ ਹੁਣ ਦਿੱਤੀ ਜਾ ਰਹੀ ਹੈ। ਜਨਰਲ ਬਿਪਿਨ ਰਾਵਤ ਨੂੰ ਉਸ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਬਰਾੜ ਸਕੁਆਇਰ ਦਿੱਲੀ ਕੈਂਟ ਤੋਂ ਇਹ ਸਿੱਧੀਆਂ ਤਸਵੀਰਾਂ। ਰੱਖਿਆ ਮੰਤਰੀ ਉੱਥੇ ਪਹੁੰਚੇ ਹੋਏ ਨੇ ਦੇਸ਼ ਦੇ। ਰਾਜਨਾਥ ਸਿੰਘ, NSA, ਅਜੀਤ ਡੋਭਾਲ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਹੋਰ ਜਿਹੜੀਆਂ ਸ਼ਖਸੀਅਤਾਂ ਨੇ ਖਾਸ ਤੌਰ ਤੇ ਡਿਫੈਂਸ ਦੇ ਨਾਲ ਜੁੜੀਆਂ ਹੋਈਆਂ, ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਵੀ ਉੱਥੇ ਪਹੁੰਚੀਆਂ ਹੋਈਆਂ ਨੇ। ਤਾਂ ਜਨਰਲ ਸਾਹਿਬ ਨੂੰ ਅਲਵਿਦਾ ਕੀਤਾ ਜਾ ਰਿਹਾ ਹੈ। CDS ਰਾਵਤ ਪੰਜ ਤੱਤਾਂ ਦੇ ਵਿੱਚ ਵਿਲੀਨ ਹੋ ਗਏ ਨੇ। ਉੱਤੇ ਉਹਨਾਂ ਦੀ ਪਤਨੀ ਜੋ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਈ। MI-17 ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਹੋਏਗਾ ਕਿ ਹੈਲੀਕਾਪਟਰ ਕੀ ਆਖਿਰ ਇੰਨਾ ਵਧੀਆ ਨਹੀਂ ਸੀ। ਤਾਂ ਹੈਲੀਕਾਪਟਰ ਤਾਂ ਦੁਨੀਆ ਦਾ ਸਭ ਤੋਂ ਬੈਸਟ ਹੈਲੀਕਾਪਟਰ ਕਿਹਾ ਜਾਂਦਾ ਹੈ। MI-17 B5 ਜੋ ਰੂਸ ਤੋਂ ਆਇਆ ਤੇ ਭਾਰਤੀ ਫੌਜ ਦੇ ਵਿੱਚ ਜਿਹੜੇ ਹੈਲੀਕਾਪਟਰਸ ਨੇ ਉਹਨਾਂ ਦੇ ਵਿੱਚ ਸਭ ਤੋਂ ਸਟੀਕ, ਸਭ ਕੁਝ ਤੁਸੀਂ ਕਹਿ ਸਕਦੇ ਹੋ ਕਿ ਪਰਫੈਕਟ ਹੈ ਇਸ ਹੈਲੀਕਾਪਟਰ ਦੇ ਵਿੱਚ। ਇਸ ਕਰਕੇ ਉਹ ਜਿਹੜੇ ਦੇਸ਼ ਦੇ ਵੱਡੇ ਅਹੁਦਿਆਂ ਦੇ ਉੱਤੇ ਵਿਰਾਜਮਾਨ ਲੋਕ ਨੇ ਉਹਨਾਂ ਦੇ ਲਈ ਇਸਤੇਮਾਲ ਕੀਤਾ ਜਾਂਦਾ। ਉਹ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ, CDS ਵਰਗਾ ਅਹੁਦਾ ਹੋਵੇ ਜਾਂ ਹੋਰ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਉਹ ਚਾਹੇ ਰੱਖਿਆ ਮੰਤਰੀ ਹੋਣ, ਤਾਂ ਉਹਨਾਂ ਦੇ ਵੱਲੋਂ ਇਸ ਹੈਲੀਕਾਪਟਰ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਜਦੋਂ ਜਾਣਕਾਰੀ ਇਹ ਵੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਕੇਦਾਰਨਾਥ ਜਾਂਦੇ ਨੇ, ਕੇਦਾਰਨਾਥ ਉਹ ਗਏ ਨੇ ਕਈ ਵਾਰ, ਤਾਂ ਕੇਦਾਰਨਾਥ ਵੀ MI-17 B5 ਹੈਲੀਕਾਪਟਰ ਦੇ ਜ਼ਰੀਏ ਹੀ ਉੱਥੇ ਗਏ
ਇਹ ਆਰਮੀ ਦੇ ਹੈਲੀਕਾਪਟਰ ਦੇ ਵਿੱਚ ਹੀ ਉੱਥੇ ਗਏ। ਤਾਂ ਜਦੋਂ ਪ੍ਰਧਾਨ ਮੰਤਰੀ ਦੇ ਲਈ ਜਾਂ ਸੀਡੀਐਸ ਦੇ ਲਈ ਕੋਈ ਚੀਜ਼ ਇਸਤੇਮਾਲ ਕੀਤੀ ਜਾ ਰਹੀ ਹੈ, ਚਾਹੇ ਕੋਈ ਕਾਰ ਹੋਵੇ, ਕੋਈ ਜਹਾਜ਼ ਹੋਵੇ, ਕੋਈ ਫਲਾਈਟ ਹੋਵੇ, ਕੋਈ ਹੈਲੀਕਾਪਟਰ ਹੋਵੇ, ਤਾਂ ਉਹ ਬਿਲਕੁਲ ਪਰਫੈਕਟ ਹੁੰਦਾ ਹੈ ਪ੍ਰੋਟੋਕੋਲ ਦੇ ਤਹਿਤ ਕਿ ਇਸ ਤੋਂ ਘੱਟ ਨਹੀਂ ਉਡਾਨ ਭਰੀ ਜਾਵੇਗੀ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਤਾਂ ਇਸ ਕਰਕੇ ਹੈਲੀਕਾਪਟਰ ਤਾਂ ਬਿਲਕੁਲ ਤਾਕਤਵਰ ਦੇਸ਼ ਦੀ 에ਅਰਫੋਰਸ ਦਾ ਕਿਹਾ ਜਾਂਦਾ ਹੈ, ਪਰ ਹਾਦਸੇ ਦਾ ਸ਼ਿਕਾਰ ਕਿਉਂ ਹੋ ਗਿਆ, ਇਹ ਸਭ ਦੇ ਜ਼ਿਹਨ ਦੇ ਵਿੱਚ ਸਵਾਲ ਹੈ। ਬਿਪਿਨ ਰਾਵਤ ਦੀ ਸਟ੍ਰੈਟਜੀ ਜਾਂ ਕਹੀਏ ਕਿ ਬਿਪਿਨ ਰਾਵਤ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਦੇ ਵਿੱਚ ਕੰਮ ਕਰ ਰਹੇ ਸੀ ਜਾਂ ਫਿਰ ਤਾਲਮੇਲ ਬਣਾਉਣ ਦੀ ਜਿਹੜੀ ਕੋਸ਼ਿਸ਼ ਸੀ ਤਿੰਨੇ ਫੌਜ ਮੁਖੀਆਂ ਤੇ ਸਰਕਾਰ ਦੇ ਵਿਚਾਲੇ, ਇਹ ਕਿਹਾ ਜਾਂਦਾ ਕਿ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਉਹਨਾਂ ਨੇ ਸੀਡੀਐਸ ਦੇ ਅਹੁਦੇ ਨੂੰ ਸੰਭਾਲਿਆ ਸੀ। ਜੋ ਸਰਕਾਰ ਨੇ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੋਚਿਆ ਸੀ ਕਿ ਇੱਕ ਤਾਲਮੇਲ ਦੇ ਲਈ ਸੀਡੀਐਸ ਦੀ ਜ਼ਰੂਰਤ ਹੈ, ਤਾਂ ਜਾਣਕਾਰ ਕਹਿੰਦੇ ਨੇ ਕਿ ਬਿਪਿਨ ਰਾਵਤ ਨੇ ਉਸ ਭੂਮਿਕਾ ਨੂੰ ਬਹੁਤ ਚੰਗੇ ਢੰਗ ਦੇ ਨਾਲ, ਜੋ ਸੀਡੀਐਸ ਦੀ ਨਿਯੁਕਤੀ ਜਿਸ ਮਨਸ਼ਾ ਦੇ ਨਾਲ ਕੀਤੀ ਗਈ ਸੀ ਉਸ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਫੁੱਲਫਿਲ ਕਰ ਦਿੱਤਾ ਸੀ। ਸੀਡੀਐਸ ਤਿੰਨ ਜਿਹੜੇ ਫੌਜ ਮੁਖੀ ਨੇ ਆਪਣੇ, ਉਹ ਜਲ ਸੈਨਾ, ਥਲ ਸੈਨਾ ਤੇ ਵਾਯੂ ਸੈਨਾ, ਯਾਨੀ ਇੰਡੀਅਨ ਆਰਮੀ, ਉਸ ਤੋਂ ਬਾਅਦ ਨੇਵੀ ਤੇ ਇੰਡੀਅਨ 에ਅਰ ਫੋਰਸ, ਇਹਨਾਂ ਤਿੰਨਾਂ ਦੇ ਜਿਹੜੇ ਮੁਖੀ ਹੁੰਦੇ ਨੇ, ਜਿਹੜੇ ਹੈੱਡ ਹੁੰਦੇ ਨੇ, ਉਹਨਾਂ ਤੋਂ ਉੱਤੇ ਇੱਕ ਸੀਡੀਐਸ ਬਣਾਇਆ ਗਿਆ, ਚੀਫ ਆਫ ਆਰਮੀ ਸਟਾਫ, ਯਾਨੀ ਇਹ ਤਿੰਨੋਂ ਜਿਹੜੇ ਹੈੱਡਸ ਨੇ ਇਹ ਉਸ ਸੀਡੀਐਸ ਦੇ ਅੰਡਰ ਆਉਂਦੇ ਨੇ ਤੇ ਸਰਕਾਰ ਦੇ ਨਾਲ ਤਾਲਮੇਲ ਇਹ ਤਿੰਨੇ ਫੌਜਾਂ ਦਾ ਸੀਡੀਐਸ ਦੇ ਥਰੂ ਹੀ ਹੁੰਦਾ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸੀਡੀਐਸ ਪਹਿਲਾਂ ਤੋਂ ਹੀ ਨਿਯੁਕਤ ਕੀਤੇ ਗਏ ਸਨ। ਦੇਸ਼ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਪਿਛਲੇ ਕੁਝ ਸਾਲਾਂ ਤੋਂ, ਕੁਝ ਦਹਾਕਿਆਂ ਤੋਂ ਇਹ ਜ਼ਿਕਰ ਹੋ ਰਿਹਾ ਸੀ ਕਿ ਸੀਡੀਐਸ ਹੋਣਾ ਚਾਹੀਦਾ ਹੈ, ਕਿਉਂਕਿ ਤਾਲਮੇਲ ਦੀ ਕਿਤੇ ਨਾ ਕਿਤੇ ਆਪਸ ਦੇ ਵਿੱਚ ਕਮੀ ਨਜ਼ਰ ਆਉਂਦੀ ਹੈ। ਜਦੋਂ ਤਿੰਨੇ ਫੌਜਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਤੇ ਸਰਕਾਰ ਦੇ ਨਾਲ ਤਾਲਮੇਲ 'ਚ ਥੋੜੀ ਬਹੁਤ ਕਮੀ ਨਜ਼ਰ ਆਉਂਦੀ ਹੈ, ਇਸ ਕਰਕੇ ਸੀਡੀਐਸ ਹੋਣਾ ਚਾਹੀਦਾ ਹੈ। ਖੈਰ ਸੀਡੀਐਸ ਦੀ ਨਿਯੁਕਤੀ ਕੀਤੀ ਗਈ ਤੇ ਉਸ ਤੋਂ ਬਾਅਦ ਜਨਰਲ ਬਿਪਿਨ ਰਾਵਤ ਨੂੰ ਸਭ ਤੋਂ ਪਹਿਲਾਂ ਸੀਡੀਐਸ ਲਗਾਇਆ ਗਿਆ, ਜ਼ਿੰਮੇਵਾਰੀ ਉਹਨਾਂ ਨੂੰ ਮਿਲੀ। ਇਹ ਵੀ ਮਾਣ ਵਾਲੀ ਗੱਲ ਹੁੰਦੀ ਹੈ ਕਿ ਜਦੋਂ ਕੋਈ ਇੰਨਾ ਵੱਡਾ ਅਹੁਦਾ ਬਣਾਇਆ ਜਾਂਦਾ ਹੈ ਸਰਕਾਰ ਦੇ ਵੱਲੋਂ, ਉਸ ਅਹੁਦੇ ਦੇ ਲਈ ਕੋਈ ਚਿਹਰਾ ਲੱਭਿਆ ਜਾਂਦਾ ਹੈ, ਤਾਂ ਜਿਹੜਾ ਚਿਹਰਾ ਹੁੰਦਾ ਹੈ ਫਿਰ ਉਹ ਹਮੇਸ਼ਾ ਦੇ ਲਈ ਯਾਦ ਰੱਖਿਆ ਜਾਂਦਾ। ਹੁਣ ਸੀਡੀਐਸ ਦਾ ਰਹਿੰਦੀ ਦੁਨੀਆ ਤੱਕ ਦੇਸ਼ ਦੇ ਚੀਫ ਆਫ ਆਰਮੀ ਸਟਾਫ ਦਾ, ਚੀਫ ਆਫ ਆਰਮੀ ਸਟਾਫ ਦਾ ਜਦੋਂ ਵੀ ਜ਼ਿਕਰ ਹੋਵੇਗਾ, ਸੀਡੀਐਸ ਦਾ ਜ਼ਿਕਰ ਜਦੋਂ ਵੀ ਹੋਏਗਾ, ਤਾਂ ਉਹ ਹਰ ਕਿਸੇ ਦੀ ਜ਼ੁਬਾਨ ਤੇ ਹੋਏਗਾ ਕਿ 2020 ਦੇ ਵਿੱਚ ਪਹਿਲੀ ਵਾਰ ਸੀਡੀਐਸ ਭਾਰਤ ਦੇ ਵਿੱਚ ਬਣਾਏ ਗਏ ਤੇ ਉਹ ਬਣੇ ਜਨਰਲ ਬਿਪਿਨ ਰਾਵਤ। ਤਾਂ ਕਿੰਨਾ ਮਾਣ ਵਾਲਾ ਇੱਕ ਅਹੁਦਾ ਉਹਨਾਂ ਦੇ ਲਈ, ਕਿਉਂਕਿ ਫੌਜ ਮੁਖੀ ਰਹਿਣਾ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅਹੁਦਾ ਔਰ ਬਹੁਤ ਮਾਣ ਵਾਲੀ ਗੱਲ ਜ਼ਰੂਰ ਹੈਗੀ ਹੈ, ਪਰ ਉਸ ਤੋਂ ਬਾਅਦ ਵੀ ਸੀਡੀਐਸ ਵਾਲੇ ਅਹੁਦੇ ਉੱਤੇ ਪਹੁੰਚਣਾ ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁਕਾਮ ਜੋ ਜਨਰਲ ਬਿਪਿਨ ਰਾਵਤ ਨੇ ਹਾਸਲ ਕੀਤਾ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਉਹਨਾਂ ਨੂੰ ਪਹੁੰਚ ਕੇ ਸ਼ਰਧਾਂਜਲੀ ਦਿੱਤੀ ਸੀ। ਦਿੰਦੇ ਸਮੇਂ ਕੱਲ੍ਹ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਤੇ ਅੱਜ ਦੀ ਤਸਵੀਰ ਜਿਹੜੀ ਉਹਨਾਂ ਦੀ ਲਾਸਟ ਰਾਈਡ ਉਹਨਾਂ ਦੀ ਘਰ ਤੋਂ ਸ਼ੁਰੂ ਹੁੰਦੀ ਹੈ, ਬਰਾੜ ਸਕੁਏਰ ਤੱਕ ਪਹੁੰਚੀ ਤੇ ਬਰਾੜ ਸਕੁਏਰ ਦੀਆਂ ਤਸਵੀਰਾਂ ਇਸ ਸਮੇਂ ਜਿਹੜੇ ਉੱਥੇ VVIPs ਪਹੁੰਚੇ ਹੋਏ ਨੇ, ਜਿਹੜੇ ਦੇਸ਼ ਦੇ ਰੱਖਿਆ ਮੰਤਰੀ ਉੱਥੇ ਪਹੁੰਚੇ ਹੋਏ ਨੇ। ਅੰਤਿਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਨੇ, ਰਿਚੁਅਲਸ ਨੇ, ਉਹ ਤਕਰੀਬਨ ਮੁਕੰਮਲ ਹੋ ਚੁੱਕੀਆਂ ਨੇ ਤੇ ਉੱਥੋਂ ਹੁਣ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਰਵਾਨਾ ਹੋ ਰਹੇ ਨੇ। ਉਸ ਦੀਆਂ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਨਮ ਅੱਖਾਂ ਦੇ ਨਾਲ ਜਨਰਲ ਰਾਵਤ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ। ਰਾਜਨਾਥ ਸਿੰਘ ਉੱਥੋਂ ਨਿਕਲ ਰਹੇ ਨੇ, ਉਹਨਾਂ ਦੀ ਗੱਡੀ ਹੈ ਇਹ ਜਿਸ ਦੇ ਵਿੱਚ ਉਹ ਰਵਾਨਾ ਹੋ ਰਹੇ ਨੇ। ਰਾਜਨਾਥ ਸਿੰਘ ਦੇਸ਼ ਦੇ ਰੱਖਿਆ ਮੰਤਰੀ। ਤਾਂ ਬੁੱਧਵਾਰ ਨੂੰ ਦੁਪਹਿਰੇ ਇਹ ਪੂਰਾ ਹਾਦਸਾ ਵਾਪਰਿਆ ਸੀ 12:20 ਤੇ। ਤਾਂ ਪਹਿਲੇ ਖਬਰ ਦੇ ਨਾਲ ਹੀ ਇਹ ਖਬਰ ਆਈ ਕਿ ਜਨਰਲ ਬਿਪਿਨ ਰਾਵਤ ਵੀ ਉਸ ਹੈਲੀਕਾਪਟਰ ਦੇ ਵਿੱਚ ਸਵਾਰ ਸਨ। ਤਾਂ ਉਸ ਸਮੇਂ ਹੀ ਸਭ ਦੇ ਜ਼ਿਹਨ ਦੇ ਵਿੱਚ ਆਇਆ ਸੀ ਕਿ ਇੰਨੇ ਭਿਆਨਕ ਹਾਦਸੇ ਦੇ ਵਿੱਚ ਕੀ ਸਰਵਾਈਵ ਕਰ ਪਾਉਣਗੇ ਬਿਪਿਨ ਰਾਵਤ, ਕੀ ਬਚ ਪਾਉਣਗੇ। ਪਰ ਇੱਕ ਇੱਕ ਕਰਕੇ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਕਿ 2 ਬੋਡੀਜ਼ ਰਿਕਵਰ ਹੋਈਆਂ ਨੇ, ਉਹਨਾਂ ਦੀ ਗਿਣਤੀ ਵੱਧਦੀ ਰਹੀ, 11 ਤੱਕ ਪਹੁੰਚ ਗਈ, ਉਸ ਤੋਂ ਬਾਅਦ 13 ਹੋ ਗਈ, 14 ਟੋਟਲ ਸੀ ਉਸ ਦੇ ਵਿੱਚ ਉਸ ਹੈਲੀਕਾਪਟਰ ਦੇ ਵਿੱਚ ਸਵਾਰ ਲੋਕ। ਤੇ ਫਿਰ ਆਖਿਰ ਕਰੀਬ 5 ਵਜੇ ਇੰਡੀਅਨ 에ਅਰ ਫੋਰਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਬਕਾਇਦਾ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ 14 ਦੇ ਵਿੱਚੋਂ 13 ਜਿਹੜੇ ਕਰੂ ਮੈਂਬਰਸ ਤੇ ਉਹਨਾਂ ਦੇ ਫੈਮਿਲੀ ਮੈਂਬਰ ਸੀ, ਉਹਨਾਂ ਦੀ ਡੈਥ ਹੋ ਗਈ ਹੈ, ਉਹਨਾਂ ਦਾ ਦੇਹਾਂਤ ਹੋ ਗਿਆ ਹੈ। ਤੇ ਉਹਨਾਂ ਦੇ ਵਿੱਚ ਜਨਰਲ ਬਿਪਿਨ ਰਾਵਤ ਵੀ ਮੌਜੂਦ ਸਨ, ਉਹ ਵੀ ਸ਼ਾਮਲ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਇਸ ਹਾਦਸੇ ਦੇ ਵਿੱਚ। ਇੰਡੀਅਨ 에ਅਰ ਫੋਰਸ ਦੇ ਵੱਲੋਂ ਮੁਕੰਮਲ ਤੌਰ ਤੇ ਜਿਹੜੀ ਖੁਦ ਜਾਣਕਾਰੀ ਦਿੱਤੀ ਗਈ ਸੀ। ਉਸ ਤੋਂ ਬਾਅਦ ਦੇਸ਼ ਦੇ ਰੱਖਿਆ ਮੰਤਰੀ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਤਾਂ ਲਾਜ਼ਮੀ ਤੌਰ ਤੇ ਕਿਉਂਕਿ ਜੋ ਲਗਾਤਾਰ ਅਸੀਂ ਜ਼ਿਕਰ ਵੀ ਕਰ ਰਹੇ ਹਾਂ ਕਿ MI-17 ਹੈਲੀਕਾਪਟਰ ਦੇ ਵਿੱਚ ਜਾਣਾ ਉਹ ਆਪਣੇ ਆਪ ਦੇ ਵਿੱਚ ਇਹ ਖਾਸ ਹੋ ਜਾਂਦਾ ਹੈ ਕਿ CDS ਦਾ ਅਹੁਦਾ ਹੋਵੇ, ਦੇਸ਼ ਦਾ ਸਭ ਤੋਂ ਵੱਡਾ ਆਫੀਸਰ ਹੋਵੇ, ਤਾਂ ਸਾਰੇ ਪ੍ਰੋਟੋਕੋਲਸ ਤਾਂ ਜ਼ਰੂਰ ਫੋਲੋ ਕੀਤੇ ਗਏ ਹੋਣਗੇ। ਤਾਂ ਹੁਣ ਸਵਾਲ ਇਹੀ ਹੈ ਕਿ ਆਖਿਰ ਇਸ ਹਾਦਸੇ ਦੇ ਪਿੱਛੇ ਵਜ੍ਹਾ ਕੀ ਹੈ।
इंडिया